तेरे कवन कवन गुण कह कह गावा। तू साहिब गुणहीन निदाना। तुमरी महिमा वरन ना सको। तू ठाकुर ऊच भगवना। साध संगत ते सब फल पाई। सतगुर कह बल जाई। हलत पलत प्रभ दुवै सवारी। मेरा गुण अवगुण ना विचारिया। अटल बचन नानक गुर तेरा। सफल कर मस्तक धारिया। अटल बचन नानक गुर तेरा। सफल कर मस्तक धारिया। परम सत्कारयोग शब्द गुरु ब्रह्म सतगुरु सारी ही कायनात ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਰਹਿਬਰ ਦੋ ਜਹਾਨਾਂ ਦੀ ਵਾਲੀ ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਨਿੱਘੀ ਗੋਦ ਦਾ ਆਨੰਦ ਮਾਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਭਨਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਿਆਰ ਵਾਲਿਓ, ਇਹ ਵੀ ਜੋ ਮੁਬਾਰਕ ਘੜੀਆਂ ਨੇ, ਬਿਨਾਂ ਭਾਗਾਂ ਤੋਂ ਇਹਨਾਂ ਦੀ ਵੀ ਪ੍ਰਾਪਤੀ ਨਹੀਂ ਹੁੰਦੀ। ਹੁਣੇ ਹੀ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਹੋਈ ਕੋਟ ਅਗ ਹਰੀ, ਨਿਰਮਲ ਪਈ ਜੀਤਾ। ਪਿਆਰ ਵਾਲਿਓ, ਇਹ ਗੁਰੂ ਦੀ ਸੰਗਤ ਦੀ ਇੱਕ ਮਹਾਨਤਾ ਹੈ। ਸੰਗਤ ਵੈਸੇ ਵੀ ਬਹੁਤ ਹੈ, ਅਨੇਕਾਂ ਪ੍ਰਕਾਰ ਦੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਰ ਰਿਹਾ ਹੈ, ਪਰ ਇੱਕ ਉਹ ਸੰਗਤ ਜਿਹੜੇ ਮਨੁੱਖ ਦੇ ਜੀਵਨ ਨੂੰ ਸਵਾਰ ਕੇ ਰੱਖ ਦੇਵੇ, ਜੀਵਨ ਨੂੰ ਬਦਲ ਕੇ ਰੱਖ ਦੇਵੇ। ਉਹ ਅਸਲ ਦੇ ਵਿੱਚ ਜੇਕਰ ਭਾਈ ਗੁਰਦਾਸ ਸਾਹਿਬ ਜੀ ਨੇ ਵਡਿਆਈ ਦਿੱਤੀ ਹੈ, ਉਹ ਵਡਿਆਈ ਦਿੱਤੀ ਹੈ ਗੁਰੂ ਦੀ ਸੰਗਤ ਨੂੰ, ਸਤ ਸੰਗਤ ਨੂੰ। ਉਹ ਆਖਦੇ ਪਿਆਰ ਵਾਲਿਓ, ਇਹ ਜਿਹੜੀ ਗੁਰੂ ਦੀ ਸੰਗਤ ਹੈ ਨਾ, ਸਤ ਸੰਗਤ ਹੈ, ਇਹਦੇ ਵਿੱਚ ਤੇ ਨਿਰੰਕਾਰ ਦੇ ਇਲਾਕੇ ਦੇ ਵਿੱਚ ਕੋਈ ਫਰਕ ਨਹੀਂ ਹੈ। ਸੱਚਖੰਡ ਅਸੀਂ ਆਖਦੇ ਹਾਂ, ਉਸ ਨਿਰੰਕਾਰ ਸੱਚਖੰਡ ਦੇ ਵਿੱਚ ਵੱਸਦਾ ਹੈ। ਇਹ ਸਾਡੇ ਬੋਲ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਵਡਿਆਈ ਦੇ ਦਿੱਤੀ, ਕਹਿਣ ਲੱਗੇ ਭਾਈ ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਵਾਸਾ। ਇਹ ਗੁਰੂ ਦੀ ਜਿਹੜੀ ਸੰਗਤ ਹੈ, ਸਤ ਦੀ ਜਿਹੜੀ ਸੰਗਤ ਹੈ, ਇਹ ਇੱਕ ਸੱਚਖੰਡ ਦੀ ਤਰ੍ਹਾਂ ਹੈ। ਤੇ ਜਿਹੜਾ ਇਸ ਸੱਚਖੰਡ ਦੇ ਵਿੱਚ ਆ ਕੇ ਬਹਿ ਗਿਆ, ਇਸ ਸੰਗਤ ਦੇ ਵਿੱਚ ਆ ਕੇ ਬਹਿ ਗਿਆ, ਫਿਰ ਉਹ ਨਿਰੰਕਾਰ ਦੇ ਨਾਲ ਮਿਲ ਜਾਂਦਾ ਹੈ, ਨਿਰੰਕਾਰ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਇਹ ਜੋ ਮੁਬਾਰਕ ਘੜੀਆਂ ਸਾਨੂੰ ਮਿਲੀਆਂ ਨੇ, ਵੱਡੇ ਭਾਗ ਨੇ ਜੋ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਬੜੇ ਹੀ ਪਿਆਰ ਦੇ ਨਾਲ ਆਪ ਜੀ ਆਨੰਦਮਈ ਗੁਰਬਾਣੀ ਦਾ ਜੋ ਸ਼ਬਦ ਕੀਰਤਨ ਹੈ, ਤਿਸ ਨੂੰ ਸਰਵਣ ਕਰ ਰਹੇ। ਸੋ ਆਓ ਕੁਝ ਸਮੇਂ ਦੇ ਲਈ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ
ਸਤਿਗੁਰਾਂ ਦੇ ਸੁਨਹਿਰੀ ਇਤਿਹਾਸ ਦੇ ਵਿੱਚੋਂ ਕੁਝ ਕੁ ਜੋ ਵਿਚਾਰ ਹੈ ਆਪ ਜੀ ਦੇ ਸਨਮੁਖ ਰੱਖਣੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ, ਬੜੇ ਹੀ ਪਿਆਰ ਦੇ ਨਾਲ ਸੀਸ ਨਿਵਾਓ, ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰਾਂ ਦੀ ਬਾਣੀ ਨੂੰ ਪੜ੍ਹ ਕੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਹੁੰਦਾ ਹੈ, ਉਸ ਦਾ ਜਿਹੜਾ ਸੁਭਾਅ ਹੈ, ਉਹਦੀ ਜਿਹੜੀ ਕਰਨੀ ਹੈ, ਕਰਨੀ ਕਿਹੋ ਜਿਹੀ ਹੋ ਜਾਂਦੀ ਹੈ, ਸੁਭਾਅ ਕਿਹੋ ਜਿਹਾ ਹੋ ਜਾਂਦਾ ਹੈ, ਤੇ ਉਹਦਾ ਜਿਹੜਾ ਜੀਵਨ ਹੈ, ਜੀਵਨ ਦੇ ਵਿੱਚ ਪਰਿਵਰਤਨ ਕਿਹੋ ਜਿਹਾ ਹੁੰਦਾ ਹੈ। ਕਿਉਂਕਿ ਗੁਰਬਾਣੀ ਇੱਕ ਸਾਡਾ ਜੀਵਨ ਜਾਚ ਹੈ, ਇੱਕ ਸਾਡਾ ਆਗੂ ਹੈ। ਜਿਸ ਪ੍ਰਕਾਰ ਆਗੂ ਚੰਗਾ ਨਾ ਹੋਵੇ, ਉਹਦੀ ਜਿਹੜੀ ਪਰਜਾ ਹੈ ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦੀ। ਫੌਜ ਦਾ ਅਗਵਾਈ ਕਰਨ ਵਾਲਾ ਜਿਹੜਾ ਜਰਨੈਲ ਹੈ, ਉਹ ਜਰਨੈਲ ਸਮਝਦਾਰ ਨਹੀਂ ਹੈ, ਸਿਆਣਾ ਨਹੀਂ ਹੈ, ਤੇ ਮੈਦਾਨੇ ਜੰਗ ਦੇ ਵਿੱਚ ਉਹ ਜਿਹੜੀ ਫੌਜ ਹੈ ਉਹ ਫੌਜ ਹਾਰ ਜਾਵੇਗੀ। ਇਸੇ ਪ੍ਰਕਾਰ ਤੁਸੀਂ ਇਹ ਸਮਝ ਲਓ, ਇਹ ਜਿਹੜਾ ਸੰਸਾਰ ਹੈ ਇੱਕ ਮੈਦਾਨ ਦਾ ਜੰਗ ਹੈ, ਤੇ ਇਹਦੇ ਵਿੱਚ ਜੇਕਰ ਕੋਈ ਅਗਵਾਈ ਕਰਨ ਵਾਲਾ ਹੈ, ਉਹ ਅਗਵਾਈ ਕਰਨ ਵਾਲੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਤਿਗੁਰਾਂ ਦੀ ਬਾਣੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਣੀ ਦੇ ਵਿੱਚ ਇੱਥੋਂ ਤੱਕ ਇਹ ਗੱਲ ਆਖ ਦਿੱਤੀ, ਆਖਣ ਲੱਗੇ ਭਲਿਓ ਮਤਾ ਕਿਤੇ ਮਨ ਦੇ ਵਿੱਚ ਵਿਚਾਰ ਇਹ ਲਿਆਇਆ ਜੇ ਸ਼ਾਇਦ ਇਹ ਕੋਈ ਗੀਤ ਹੋਵੇਗਾ, ਕੋਈ ਸੰਗੀਤ ਹੋਵੇਗਾ, ਕੋਈ ਕਵਿਤਾ ਹੋਵੇਗੀ। ਕਈ ਵਾਰੀ ਬੰਦੇ ਦੇ ਮਨਾਂ ਦੇ ਵਿੱਚ ਇਹ ਵਿਚਾਰ ਹੁੰਦੀ ਹੈ ਤੇ ਸਤਿਗੁਰਾਂ ਦੀ ਬਾਣੀ ਇੱਕ ਬੋਲੀ ਹੈ ਨਾ। ਕਈ ਵਾਰੀ ਅਸੀਂ ਆਖਦੇ ਹਾਂ ਇਹਨੇ ਜੀਵਨ ਨੂੰ ਕੀ ਬਦਲਣਾ ਹੈ, ਪਰ ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਉਹਨਾਂ ਨੂੰ ਕਿਸੇ ਸਵਾਲ ਕੀਤਾ ਸੀ ਵੀ ਭਾਈ ਇਹ ਜੋ ਤੂੰ ਸੁਣਾ ਰਹੇ ਹੈ, ਤੂੰ ਬੋਲ ਰਿਹਾ ਹੈ, ਇਹ ਕੀ ਹੈ? ਉਹਨਾਂ ਨੇ ਇਹ ਗੱਲ ਆਖੀ ਵੀ ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਉਸ ਮਾਲਕ ਦੀ ਵਿਚਾਰ ਹੈ। ਭਾਈ ਮਰਦਾਨਾ ਜੀ ਭਾਈ ਲਾਲੋ ਦੇ ਘਰ ਦੇ ਵਿੱਚ ਬੈਠੇ ਹੋਏ ਨੇ, ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਸਤਿਗੁਰੂ ਕੀਰਤਨ ਕਰ ਰਹੇ ਨੇ। ਜਿਸ ਪ੍ਰਕਾਰ ਸੰਗਤ ਆਪਾਂ ਬੈਠੇ ਹੋਏ ਹਾਂ, ਇਸੇ ਪ੍ਰਕਾਰ ਸੰਗਤ ਸੱਜੀ ਹੋਈ ਹੈ। ਅੱਗੇ ਭਾਈ ਲਾਲੋ ਜੀ ਬੈਠੇ ਨੇ। ਜਦੋਂ ਸ਼ਬਦ ਦੀ ਸਮਾਪਤੀ ਹੁੰਦੀ ਹੈ ਨਾ, ਇੱਕ ਦਿਨ ਲੰਘਾ, 2 ਦਿਨ ਲੰਘੇ, 3 ਦਿਨ ਬੀਤ ਗਏ, ਤੇ ਇੱਕ ਦਿਨ ਹੱਥ ਜੋੜ ਕੇ ਭਾਈ ਲਾਲੋ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕੁਝ ਦਿਨਾਂ ਤੋਂ ਮੈਂ ਵੇਖਦਾ ਪਿਆ ਵਾਂ, ਜਦੋਂ ਮੈਂ ਆਪ ਜੀ ਦੀ ਸੰਗਤ ਦੇ ਵਿੱਚ ਬੈਠਦਾ ਵਾਂ, ਬਾਣੀ ਨੂੰ ਸੁਣਦਾ ਵਾਂ, ਬਾਣੀ ਇਹ ਬੋਲਾਂ ਨੂੰ ਸੁਣਦਾ ਵਾਂ, ਤੇ ਕੁਝ ਸਮੇਂ ਦੇ ਲਈ ਮਨ ਹੈ ਉਹ ਨਿੱਜ ਘਰ ਦੇ ਵਿੱਚ ਟਿਕ ਜਾਂਦਾ ਹੈ। ਨਿੱਜ ਘਰ ਜਿਸ ਨੂੰ ਅਸੀਂ ਕਹਿੰਦੇ ਹਾਂ, ਕੋਈ ਫੁਰਨਾ ਨਹੀਂ ਹੈ। ਬਸ ਸਭ ਕੁਝ ਆਲਾ ਦੁਆਲਾ ਛੱਡ ਕੇ, ਚਿੰਤਾਵਾਂ ਨੂੰ ਛੱਡ ਕੇ, ਟੈਨਸ਼ਨਾਂ ਨੂੰ, ਫਿਕਰਾਂ ਨੂੰ ਛੱਡ ਕੇ ਕੁਝ ਸਮੇਂ ਦੇ ਲਈ ਸੁਰਤ ਦਾ ਟਿਕ ਜਾਣਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਨਿੱਜ ਘਰ ਦੇ ਵਿੱਚ ਟਿਕ ਜਾਣਾ। ਭਾਈ ਲਾਲੋ ਜੀ ਕਹਿਣ ਲੱਗੇ, ਸਤਿਗੁਰੂ ਜਦੋਂ ਤੁਹਾਡੇ ਇਹਨਾਂ ਬੋਲਾਂ ਨੂੰ ਸੁਣਨਾ ਵਾ, ਇਹਨਾਂ ਬਚਨਾਂ ਨੂੰ ਸੁਣਨਾ ਵਾ, ਇਹਨਾਂ ਬਚਨਾਂ ਨੂੰ ਸੁਣ ਕੇ ਇੱਦਾਂ ਲੱਗਦਾ ਵੀ ਜਿਵੇਂ ਮੇਰੀ ਅਵਸਥਾ ਦੇ ਵਿੱਚ ਕੋਈ ਉੱਚਾਪਨ ਆ ਗਿਆ ਹੋਵੇ, ਮੈਂ ਸੰਸਾਰ ਦੇ ਮੋਹ ਤੋਂ ਕਿਤੇ ਉੱਪਰ ਉੱਠ ਗਿਆ ਹੋਵਾਂ। ਤੇ ਬਾਣੀ ਨੂੰ ਸੁਣਦਿਆਂ ਕਈ ਵਾਰੀ ਇੱਦਾਂ ਵੀ ਪ੍ਰਤੀਤ ਹੁੰਦਾ ਜਿਵੇਂ ਸਰੀਰ ਦੇ ਮਾਨਸਿਕ ਸਾਰੇ ਰੋਗ ਵੀ ਕੱਟੇ ਗਏ ਨੇ, ਦੁੱਖ ਵੀ ਕੱਟੇ ਗਏ ਨੇ, ਜਿੰਨੀਆਂ ਚਿੰਤਾਵਾਂ ਨੇ, ਫਿਕਰ ਨੇ, ਸਾਰੇ ਫਿਕਰ ਵੀ ਕੱਟੇ ਗਏ ਨੇ। ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਆਪਾਂ ਇੱਕ ਬਚਨ ਲੈ ਲਈਏ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਬੇਨਤੀ ਹੈ ਵੀ ਜਿਹੜੀ
ਬਾਣੀ ਆਪਾਂ ਨੂੰ ਆ ਰਹੀ ਹੁੰਦੀ ਹੈ ਨਾ ਵੀ ਉਹ ਬੋਲਿਆ ਜ਼ਰੂਰ ਕਰੋ, ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਆਪਾਂ ਬੈਠੇ ਹਾਂ। ਇੱਥੇ ਬਹਿ ਕੇ ਅਸੀਂ ਗੁਰੂ ਦੀ ਗੱਲ ਦੀ ਵਿਚਾਰ ਕਰਨੀ ਹੈ। ਇਹਦੇ ਵਿੱਚ ਕੇਵਲ ਇਹ ਨਹੀਂ ਵੀ ਹਾਂ ਸੁਣਨ ਵਾਲਾ ਸੁਣਾ ਕੇ ਚਲਾ ਜਾਵੇ, ਅਸੀਂ ਕੁਝ ਨਹੀਂ ਬੋਲਣਾ, ਆਪਾਂ ਕੋਈ ਗੱਲਾਂ ਨਹੀਂ ਕਰਨੀਆਂ। ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਤੇ ਪੜ੍ਹੀ ਹੋਈ ਵੀ ਚੰਗੀ ਹੈ, ਸੁਣੀ ਹੋਈ ਵੀ ਚੰਗੀ ਹੈ। ਸਤਿਗੁਰੂ ਦੇ ਹਰ ਰੋਜ਼ ਕਹਿ ਰਹੇ ਨੇ ਭਾਈ ਤੂੰ ਬਾਣੀ ਨੂੰ ਪੜ੍ਹਿਆ ਕਰ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਹੁਣ ਗਾਉਣ ਦਾ ਕੀ ਮਤਲਬ ਹੈ? ਇਹੀ ਹੈ ਨਾ ਵੀ ਆਪਾਂ ਨਾਲ ਬੋਲਾਂਗੇ। ਹੁਣ ਇਕੱਲਾ ਇੱਕ ਬੰਦਾ ਬੋਲ ਰਿਹਾ, ਉਹਦੇ ਨਾਲ ਜਿਹੜੇ ਬਚਨ ਸਾਨੂੰ ਆ ਰਹੇ ਨੇ ਵੀ ਉਹ ਤੇ ਬੋਲਣੇ ਚਾਹੀਦੇ ਨੇ। ਚਲੋ ਠੀਕ ਹੈ ਵੀ ਜ਼ਿਆਦਾ ਸਾਨੂੰ ਬਾਣੀ ਨਹੀਂ ਆਉਂਦੀ, ਜਿੰਨੀ ਕੁ ਆਉਂਦੀ ਆ ਉਨੀ ਕੁ ਤਾਂ ਪੜ੍ਹ ਸਕਦੇ ਹਾਂ। ਭਾਈ ਲਾਲੋ ਜੀ ਆਖਣ ਲੱਗੇ ਸਤਿਗੁਰੂ ਤੁਹਾਡੀ ਬਾਣੀ ਨੂੰ ਜਦੋਂ ਮੈਂ ਸੁਣਦਾ ਵਾਂ ਨਾ ਇਹ ਹੈ ਕੀ ਹੈ? ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਲਾਲੋ ਜੀ ਮਨ ਟਿਕਦਾ। ਕਹਿਣ ਲੱਗਾ ਬਿਲਕੁਲ ਜੀ ਸਤਿਗੁਰੂ ਜੀ। ਕਹਿਣ ਲੱਗੇ ਇਹ ਤੇ ਉਸ ਮਾਲਕ ਦਾ ਗਿਆਨ ਹੈ, ਉਸ ਧੁਰੋਂ ਉਸ ਮਾਲਕ ਦਾ ਗਿਆਨ ਆਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਸੋ ਮੈਂ ਆਪਣੀ ਵਿਚਾਰ ਨੂੰ ਤੁਹਾਡੇ ਸਨਮੁਖ ਰੱਖਾਂ। ਇਹ ਗੁਰੂ, ਇਹ ਗੁਰਬਾਣੀ ਹੈ ਜਿਹੜੀ ਇਹ ਸਾਡੇ ਜੀਵਨ ਨੂੰ ਕਿਵੇਂ ਪਰਿਵਰਤਨ ਕਰਦੀ ਹੈ ਤੇ ਇਹਦੇ ਨਾਲ ਜਿਹੜਾ ਜੀਵਨ ਬਣਦਾ ਹੈ ਤੇ ਉਸ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਹੈ, ਤਬਦੀਲੀ ਕੀ ਹੁੰਦੀ ਹੈ। ਆ ਕੁਝ ਹੀ ਦਿਨ ਪਹਿਲਾਂ 5 ਤਰੀਕ ਨੂੰ ਇੱਕ ਮਹਾਨ ਸ਼ਖਸੀਅਤ, ਜਿਹਨੂੰ ਤੁਸੀਂ ਸੂਰਮਾ ਕਹਿ ਲਵੋ, ਬਾਦਸ਼ਾਹ ਕਹਿ ਲਵੋ, ਰਾਜਾ ਕਹਿ ਲਵੋ, ਯੋਧਾ ਕਹਿ ਲਵੋ, ਉਹਦੇ ਪਰਥਾਏ ਤੁਸੀਂ ਕੋਈ ਵੀ ਸ਼ਬਦ ਵਰਤ ਲਵੋ, ਉਹਨਾਂ ਦੀ ਬਰਸੀ ਸੀ। ਭਗਤ ਪੂਰਨ ਸਿੰਘ ਜੀ ਦੀ, ਪਿੰਗਲਵਾੜੇ ਦੇ ਜੋ ਮੋਢੀ ਨੇ, ਉਹਨਾਂ ਦੀ ਬਰਸੀ ਸੀ। ਪਹਿਲੀ ਜਿਹੜੀ ਕਲਕਾਰੀ ਉਹਨਾਂ ਦੀ ਰਾਜੋਵਾਲਾ ਨਗਰ ਦੇ ਵਿੱਚ 1904 ਨੂੰ ਮਾਤਾ ਮਹਿਤਾਬ ਕੌਰ, ਤਿੰਨਾਂ ਦੀ ਕੁੱਖ ਤੋਂ ਪਿਤਾ ਛੱਬੂ ਮੱਲ ਦੇ ਘਰ ਦੇ ਵਿੱਚ ਵੱਜਦੀ ਹੈ। ਹੁਣ ਮਾਤਾ ਜੀ ਜਿਹੜੇ ਸਨ ਧਾਰਮਿਕ ਬਿਰਤੀ ਵਾਲੇ ਸਨ ਤੇ ਪਿਤਾ ਜੀ ਥੋੜ੍ਹਾ ਜਿਹਾ, ਕਿਉਂਕਿ ਆਪਸ ਦੇ ਵਿੱਚ ਪਰਿਵਾਰ ਦਾ ਮਿਲਾਪ ਨਹੀਂ ਸੀ। ਮਾਤਾ ਜੀ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ, ਪਿਤਾ ਸੀ ਜਿਹੜਾ ਉਹ ਹਿੰਦੂ ਮੱਤ ਦੇ ਨਾਲ, ਸਨਾਤਨ ਮੱਤ ਦੇ ਨਾਲ ਸੰਬੰਧ ਰੱਖਦਾ ਸੀ। ਇਤਿਹਾਸਕਾਰਾਂ ਇੱਥੋਂ ਤੱਕ ਇਹ ਗੱਲ ਲਿਖੀ, ਇਹਦੇ ਤੋਂ ਪਹਿਲਾਂ ਮਾਤਾ ਮਹਿਤਾਬ ਕੌਰ ਦੀ ਕੁੱਖ ਤੋਂ 3 ਬੱਚੇ ਜਨਮ ਲੈਂਦੇ ਨੇ ਤੇ ਬੱਚਿਆਂ ਦੇ ਜਨਮ ਦੇ ਨਾਲ ਹੀ ਮਾਰ ਦਿੱਤਾ ਜਾਂਦਾ ਹੈ। ਜਿਵੇਂ ਬੱਚੇ ਦਾ ਜਨਮ ਹੁੰਦਾ ਹੈ ਉਹਦੇ ਨਾਲ ਹੀ ਮਾਰ ਦਿੱਤਾ ਜਾਂਦਾ ਹੈ। ਕਾਰਨ ਕੀ? ਕਾਰਨ ਇਹ ਸੀ ਛਿੱਬੂ ਮੱਲ ਨੂੰ ਲੋਕਾਂ ਨੇ ਭੜਕਾਇਆ ਸੀ, ਜੇਕਰ ਤੇਰੇ ਘਰ ਦੇ ਵਿੱਚ ਬੱਚੇ ਦੀ ਆਮਦ ਹੋਵੇਗੀ, ਤੇਰੀ ਪਤਨੀ ਸਿੱਖ ਹੈ, ਉਹਨੂੰ ਸਿੱਖਿਆ ਵੀ ਸਿੱਖੀ ਵਾਲੀ ਦਿੱਤੀ ਜਾਵੇਗੀ, ਗੁਰੂ ਦੇ ਅੰਸ਼ ਅਨੁਸਾਰ ਦਿੱਤੀ ਜਾਵੇਗੀ, ਤੇ ਜਿਵੇਂ ਵੱਡਾ ਹੋਵੇਗਾ ਤੇ ਉਹਦੇ ਜਿਹੜੀ ਸ਼ਾਦੀ ਹੈ, ਆਨੰਦ ਕਾਰਜ ਨੇ, ਉਹ ਵੀ ਸਿੱਖ ਧਰਮ ਦੇ ਅਨੁਸਾਰ ਹੋਣਗੇ, ਸਿੱਖ ਧਰਮ ਦੇ ਵਿੱਚ ਹੀ ਹੋਣਗੇ, ਕਿਸੇ ਸਿੱਖੀ ਪਰਿਵਾਰ ਦੇ ਵਿੱਚ ਹੋਣਗੇ। ਇਹਦੇ ਨਾਲ ਤੇਰੀ ਜਿਹੜੀ ਕੁਲ ਹੈ, ਤੇਰੀ ਕੁਲ ਨੂੰ ਲਾਜ ਲੱਗ ਜਾਵੇਗੀ, ਇੱਕ ਧੱਬਾ ਲੱਗ ਜਾਵੇਗਾ। ਹੁਣ ਕੋਈ ਵੀ ਮਾਂ ਹੈ ਜਿਹੜੀ ਹਰੇਕ ਬਚਨ ਸੁਣਨ ਦੇ ਲਈ ਤਿਆਰ ਹੈ, ਹਰ ਕੋਈ ਬਚਨ ਸੁਣ ਲਵੇਗੀ। ਘਰ ਦੇ ਵਿੱਚ ਗਰੀਬੀ ਹੈ, ਗਰੀਬੀ ਸਹਿਣ ਕਰ ਲਵੇਗੀ। 2 ਟਾਈਮ ਪ੍ਰਸ਼ਾਦਾ ਨਹੀਂ ਮਿਲਿਆ, ਪ੍ਰਸ਼ਾਦਾ ਨਾ ਛਕੇਗੀ, ਕੋਈ ਗੱਲ ਨਹੀਂ। ਪਰ ਜਦੋਂ ਤੱਕ ਉਹਦੀ ਕੁੱਖ ਦੇ ਵਿੱਚੋਂ ਬੱਚਾ ਜਨਮ ਨਹੀਂ ਲੈਂਦਾ ਜਾਂ ਉਹਦੀ ਕੁੱਖ ਹਰੀ ਨਹੀਂ ਹੁੰਦੀ, ਓਨੇ ਸਮੇਂ ਤੱਕ ਲੋਕ ਵੀ ਉਹਨੂੰ ਮਹਿਣੇ ਹੀ ਦਿੰਦੇ ਨੇ, ਲੋਕੀ ਵੀ ਮਾੜਾ ਹੀ ਆਖਦੇ ਨੇ। ਇਹਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਸਤਿਗੁਰੂ ਇੱਕ ਕਿਰਪਾ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਤੁਸੀਂ ਹੁਣ ਕਿਰਪਾ ਕਰੋ, ਮੇਰੀ ਕੁੱਖ ਨੂੰ ਹਰਾ ਕਰੋ ਤੇ ਇਸ ਛਿੱਬੂ ਮੱਲ ਦੀ ਮੱਤ ਨੂੰ ਥੋੜ੍ਹਾ ਜਿਹਾ ਬਦਲੋ। ਜਿਹੜੀ ਵੀ ਘਰ ਦੇ ਵਿੱਚ ਸੰਤਾਨ ਹੋਵੇਗੀ
ਉਹ ਮੈਂ ਤੁਹਾਡੇ ਲੇਖੇ ਲਾ ਦੇਵਾਂਗੀ। ਤੇ ਛਿੱਬੂ ਮੱਲ ਦੇ ਨਾਲ ਵਾਅਦਾ ਕੀਤਾ ਗਿਆ, ਬੱਚਾ ਵੱਡਾ ਹੋਵੇਗਾ ਵੀ ਬੱਚੇ ਦੀ ਮੈਂ ਸ਼ਾਦੀ ਨਹੀਂ ਕਰਾਂਗੀ। ਗੁਰੂ ਦੀ ਕਿਰਪਾ ਹੋਈ, ਮਤ ਬਦਲੀ। ਮਾਤਾ ਮਹਿਤਾਬ ਕੌਰ ਦੇ ਕੁੱਖੋਂ ਇੱਕ ਇਹੋ ਜਿਹੇ ਯੋਧੇ, ਇੱਕ ਇਹੋ ਜਿਹੇ ਸੂਰਮੇ, ਇੱਕ ਇਹੋ ਜਿਹੇ ਮਹਾਬਲੀ ਨੇ ਜਨਮ ਲਿਆ, ਜਿਸ ਨੇ ਸਿੱਖ ਧਰਮ ਦੀ, ਗੁਰੂ ਘਰ ਦੀ ਜਿਹੜੀ ਵਿਚਾਰਧਾਰਾ, ਇਸ ਵਿਚਾਰਧਾਰਾ ਨੂੰ ਅਗਾਂਹ ਨੂੰ ਤੋਰਨਾ ਸੀ। ਘਰ ਦੇ ਵਿੱਚ ਬੱਚੇ ਦੀ ਆਮਦ ਹੋਈ, ਨਾਮ ਰੱਖਿਆ ਗਿਆ ਰਾਮ ਜੀ ਦਾਸ। ਕਿਉਂਕਿ ਆਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਨੋਟ ਜ਼ਰੂਰ ਕਰਿਆ ਜੀ। ਜੋ ਗੁਰੂ ਦੇ ਅੰਸ਼ੀ ਦੇ ਅਨੁਸਾਰ ਹੈ, ਮੈਂ ਇਹ ਗੱਲ ਅਕਸਰ ਕਿਹਾ ਕਰਦਾ ਵਾਂ ਵੀ ਆਪਣੇ ਘਰਾਂ ਦੇ ਵਿੱਚ ਭਗਤ ਪੂਰਨ ਸਿੰਘ ਦੀ ਫੋਟੋ ਜ਼ਰੂਰ ਲਾਓ। ਕਿਉਂ? ਉਹਨਾਂ ਨੇ ਆਪਣਾ ਸਭ ਕੁਝ ਗੁਰੂ ਤੋਂ ਵਾਰ ਦਿੱਤਾ, ਉਹ ਕੁਰਬਾਨੀ ਕੀਤੀ ਹੈ। ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਇੱਕ ਬਚਨ ਆਖੇ, ਆਖਣ ਲੱਗੇ, ਜਦੋਂ ਮਨੁੱਖ ਗੁਰੂ ਦੇ ਰਸਤੇ ਦੇ ਉੱਤੇ ਚੱਲਦਾ ਨਾ, ਉਹਦੀ ਸੁਰਤ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਹੁੰਦਾ, ਥੋੜ੍ਹਾ ਜਿਹਾ ਫਰਕ ਪੈਂਦਾ। ਉਹਨੂੰ ਇਸ ਗੱਲ ਦੀ ਸਮਝ ਲੱਗਦੀ ਹੈ, ਇਹ ਜਿੰਨਾ ਸੰਸਾਰ ਹੈ, ਜਿੰਨਾ ਜਹਾਨ ਹੈ, ਸਾਰਾ ਉਸ ਮਾਲਕ ਦਾ ਬਣਾਇਆ ਹੋਇਆ, ਸਾਰਾ ਉਹਦਾ ਪਰਿਵਾਰ ਹੈ। ਤੇ ਜਦੋਂ ਉਹ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਣਾ ਸ਼ੁਰੂ ਕਰ ਦਿੰਦਾ, ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦਾ, ਉਹਦੀ ਸੁਰਤ ਦੇ ਵਿੱਚ ਇੱਕ ਗੱਲ ਘਰ ਕਰ ਜਾਂਦੀ ਹੈ, ਇਹ ਮੇਰਾ ਪਰਿਵਾਰ ਹੈ। ਜਿਸ ਪ੍ਰਕਾਰ ਮੈਂ ਆਪਣੇ ਪਰਿਵਾਰ ਦੀ ਸੇਵਾ ਕਰਦਾ ਵਾਂ, ਇਸੇ ਪ੍ਰਕਾਰ ਮੈਂ ਸੰਸਾਰ ਦੀ ਵੀ ਸੇਵਾ ਕਰਾਂ। ਕਿਉਂ? ਉਹਨੂੰ ਪਤਾ ਹੈ ਵੀ ਸਭ ਕੁਝ ਸੰਸਾਰ ਤੋਂ ਨਾਸ਼ਵੰਤ ਹੈ, ਸਭ ਕੁਝ ਚਲਾ ਜਾਣਾ ਹੈ। ਇੱਕ ਸੇਵਾ ਇਹੋ ਜਿਹੀ ਹੈ ਜਿਹੜੇ ਬੰਦੇ ਦੇ ਜੀਵਨ ਦੇ ਨਾਲ ਜਾਣੀ ਹੈ, ਮਨੁੱਖ ਦਾ ਜੀਵਨ ਸਵਾਰਨਾ ਹੈ। ਤੇ ਉਹ ਫਿਰ ਇਸ ਸੰਸਾਰ ਨੂੰ, ਉਹ ਮਾਲਕ ਦਾ ਘਰ ਸਮਝ ਕੇ, ਰੱਬ ਦਾ ਦਰ ਸਮਝ ਕੇ, ਉਹ ਫਿਰ ਸਾਰਿਆਂ ਦੀ ਸੇਵਾ ਕਰਦਾ ਹੈ। ਕਿਉਂਕਿ ਉਹਨੂੰ ਪਤਾ ਹੈ ਵੀ ਇਸ ਸੰਸਾਰ ਦੇ ਅੰਦਰ ਮੈਂ ਸੇਵਾ ਕਰਾਂਗਾ ਤੇ ਇਹਦਾ ਜਿਹੜਾ ਫਲ ਹੈ ਨਿਰੰਕਾਰ ਦੇ ਦਰ ਤੇ ਜਾ ਕੇ ਮਿਲਣਾ, ਰੱਬ ਦੀ ਦਰਗਾਹ ਦੇ ਵਿੱਚ ਇਹਦਾ ਫਲ ਮਿਲੇਗਾ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵਕ ਮਾਨੀਆਂ, ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ। ਕਹਿਣ ਲੱਗੇ, ਜੇਕਰ ਦਰਗਾਹ ਦੇ ਵਿੱਚ ਮਾਲਕ ਦੇ ਦਰ ਦੇ ਉੱਤੇ ਤੂੰ ਜਗ੍ਹਾ ਬਣਾਉਣੀ ਹੈ ਨਾ, ਉਸ ਜਗ੍ਹਾ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਉਹਦੇ ਲਈ ਤੈਨੂੰ ਇਸ ਸੰਸਾਰ ਦੇ ਵਿੱਚ ਸਭ ਜੀਵਾਂ ਦੀ ਸੇਵਾ ਕਰਨੀ ਪਵੇਗੀ। ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਇਹ ਬੱਚਾ, ਘਰ ਦੇ ਵਿੱਚ ਲੜਾਈ ਹੈ, ਝਗੜੇ ਨੇ, ਪਿਤਾ ਦੀ ਮੌਤ ਹੁੰਦੀ ਹੈ, ਮਾਂ ਇਸ ਬੱਚੇ ਨੂੰ ਲੈ ਕੇ ਆਪਣੇ ਨਗਰੇ ਤੋਂ ਮਿੰਟ ਗੁਮਰੀ ਜਿਹੜਾ ਨਗਰ ਹੈ ਉਸ ਜਗ੍ਹਾ ਤੇ ਚਲੀ ਜਾਂਦੀ ਹੈ। ਆਪਣੇ ਬੱਚੇ ਨੂੰ ਪਾਲਣ ਦੇ ਲਈ ਘਰਾਂ ਦੇ ਵਿੱਚ ਕੰਮ ਕਰਦੀ। 10ਵੀਂ ਦੇ ਵਿੱਚ ਬੱਚਾ ਹੋਇਆ। ਇਹ ਵੀ ਧਾਰਮਿਕ ਬਿਰਤੀ ਵਾਲੇ ਸਨ, ਪਹਿਲਾਂ ਬਾਣੀ ਦੇ ਨਾਲ ਤੇ ਜੁੜੇ ਹੋਏ ਨੇ, ਧਰਮ ਦੇ ਨਾਲ ਜੁੜੇ ਹੋਏ ਨੇ, ਪਰ ਅੰਦਰ ਚੰਗਿਆੜੀ ਨਹੀਂ ਪੈਦਾ ਹੋਈ, ਅੰਦਰ ਕੋਈ ਚੇਂਜ ਨਹੀਂ ਆਇਆ। ਹੋਇਆ ਕਿ 10ਵੀਂ ਦੇ ਪੇਪਰ ਨੇ, ਲੁਧਿਆਣੇ ਦਾ ਇਲਾਕਾ ਹੈ। ਕਹਿਣ ਲੱਗੇ ਥੋੜ੍ਹੀ ਜਿਹੀ ਸ਼ਾਮ ਹੋ ਗਈ ਹੈ। ਜਦੋਂ ਸ਼ਾਮਾਂ ਹੋਈਆਂ ਨਾ, ਕੁਝ ਦੂਰੀ ਦੇ ਉੱਤੇ ਵੇਖਿਆ ਵੀ ਇੱਕ ਧਰਮ ਮੰਦਰ ਹੈ। ਧਰਮ ਮੰਦਰ ਦੇ ਵਿੱਚ ਚਲੇ ਗਏ। ਧਾਰਮਿਕ ਬਿਰਤੀ ਵਾਲੇ ਨੇ, ਕਈਆਂ ਦਾ ਸਾਡਾ ਸੁਭਾਅ ਹੁੰਦਾ ਹੈ, ਮਾੜੀ ਕੋਈ ਵੀ ਸੇਵਾ ਨਹੀਂ ਹੈ, ਮੈਂ ਕਿਸੇ ਨੂੰ ਮਾੜਾ ਨਹੀਂ ਆਖਦਾ, ਸੇਵਾ ਕਰੋ, ਕੋਈ ਵੀ ਸੇਵਾ ਕਰੋ, ਕਿਉਂਕਿ ਇਹਨਾਂ ਸੇਵਾ ਨੇ ਸਾਡੇ ਹੱਥਾਂ ਨੂੰ ਸਫਲਾ ਕਰਨਾ ਹੈ। ਇੱਕ ਗੱਲ ਮੈਂ ਅਕਸਰ ਕਿਹਾ ਕਰਦਾ ਵਾਂ, ਭਾਵੇਂ 5 ਮਿੰਟ ਕੱਢੋ, 10 ਮਿੰਟ ਕੱਢੋ, ਘਰਦਿਆਂ ਲਈ ਹਰ ਕੋਈ ਕਰਦਾ ਹੈ, ਘਰਦਿਆਂ ਲਈ ਹਰ ਕੋਈ ਕਰ ਰਿਹਾ ਹੈ, ਪਰ ਸੰਸਾਰ ਦੇ ਲਈ, ਦੂਸਰਿਆਂ ਦੇ ਲਈ, ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਹੁੰਦਾ, ਕੋਈ ਟਾਵਾਂ ਹੀ ਹੁੰਦਾ ਜਿਹੜਾ ਦੂਸਰਿਆਂ ਦੀ ਵੀ ਸੇਵਾ ਕਰਦਾ ਹੈ। ਇਸੇ ਕਰਕੇ ਜਿਹੜਾ ਸੇਵਾ ਦਾ ਕਨਸੈਪਟ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਰੱਖਿਆ ਹੈ। ਭਾਈ ਲਹਿਣਾ ਜੀ ਸਤਿਗੁਰਾਂ ਦੇ ਦਰ ਦੇ ਉੱਤੇ ਆਉਂਦੇ ਨੇ, ਸੇਵਾ ਕਰਦੇ ਨੇ।
सेवा करन तो बाद उन्होंने पता लगता है भी ये सारे संसार की सेवा करनी है, क्योंकि सेवा करन दे नाल ना एक साडा हंकार खत्म होता है, साडा मन मांजिया जाता है, मन साडा साफ होवेगा, अगों हंकार किवें खत्म होवेगा। थोड़ा जिहा 2 मिनट मैं निकलांगा अपने विचार तो। जदों बंदा इत्थे आके मान लो तुसी प्रशादा छकिया जां थल्ले जोड़ियां दी आपां अक्सर वेखदे हां भी संगत सेवा करदी है, भी जोड़े झाड़दी है ते उहनूं चरना धूड़ नूं अपने मत्थे ते लाउंदी है। ਉਹਦੇ ਵਿੱਚ फिर वो कोई ये नहीं वेखदा भी कोई उच्चा है, कोई नीवा है, कोई गरीब है, कोई अमीर है, कोई ज़्यादा पैसे वाला है, कोई मेरा दुश्मन है, कोई मेरा मित्र है। वो सारिਆਂ ਦੇ जोड़ियां ਦੀ सेवा करता है। प्रशादा जदों वरतारिया होवे, लंगर दे विच सेवा हुंदी है, ਉਹਦੇ ਵਿੱਚ कदे असीं ये वेखिया भी हाँ भी फलाने बंदे नूं मैं रोटी नहीं देनी, फलाने बंदे नूं मैं सब्जी नहीं देनी। ਉਹਦੇ ਵਿੱਚ ਭਾਵੇਂ ਸਾਡਾ ਦੁਸ਼ਮਣ ਵੀ ਆ ਕੇ ਬਹਿ ਜਾਵੇ ਨਾ, ਉਹਨੂੰ ਵੀ ਅਸੀਂ ਕਹਿੰਦੇ ਆ ਵਾਹਿਗੁਰੂ ਜੀ ਪ੍ਰਸ਼ਾਦਾ ਲੈ ਲਓ, ਵਾਹਿਗੁਰੂ ਜੀ ਸਬਜ਼ੀ ਲੈ ਲਓ। ਇੱਕ ਤੇ ਜ਼ੁਬਾਨ ਦੀ ਮਿਠਾਸ ਤੇ ਦੂਜਾ ਉੱਥੇ ਪਿਆਰ ਪ੍ਰਤੀਤ ਹੋ ਰਿਹਾ, ਭਰਿਆ ਪਿਆਰ ਹੈ। ਇਹਨੇ ਕੀ ਕੀਤਾ, ਧਰਮ ਮੰਦਰ ਦੇ ਵਿੱਚ ਚਲਾ ਗਿਆ, ਉੱਥੇ जा के सब तो पहला तो जिन्नियां भी मूर्तियां सन उन्हां मूर्तियां नूं चंगी तरह पानी लैके धोता, साफ किया। उत्थों का पुजारी भी बड़ा खुश होया, भी कहन लगा भी बड़ा श्रद्धा वाला है। इन्ना कुछ समा होया, भुख भी सी क्योंकि सवेर का आया होया कुछ खाधा नहीं सी। वो पुजारी उत्थे बह के प्रशादा छकन लगे ने। इन्हां सेवा की ते सेवा करके भी उन्हां दे नाल बह गया प्रशादा छकन दे लई। उन्हां की कीता, बांह फड़ी ते बांह फड़ के उठा दिता। कहन लगे इत्थे तू बह के प्रशादा नहीं छक सकदा। हुण जदों बंदे दी किसी दी बेइज्जत हुंदा है ना, वो फिर उत्थे रुकदा नहीं है। गुस्से दे नाल भरिया होया, क्रोध दे नाल भरिया होया, वो कहंदा भी मैं इत्थों चला जावां, छेती होवे। की कीता, रोना हाका होया पिया, अखां दे विचों हंझू ने, उधरों पेट दे विच भुख लगी हुई है। पैदल ही तुर पिया खन्ने वाल, अपने नगर राजेवाल वाल। थोड़ा जिहा हनेरा होया, रस्ते दे विच एक रेरू पिंड है, रेरू साहब गुरुद्वारा है, उस जगह ते आया। कहन लगा भी सुनिया तो बड़ा, गुरुद्वारे दे विच माँ ने दसिया भी बड़ा सी, किसी प्रकार का कोई भेदभाव नहीं है। आया, इन्हें आके नमस्कार की, बाणी पढ़ी, बाणी नूं सुनिया। सुनन तो बाद की होया भी उस समय टल वजिया करते सन। टल वजया भी पता लग गया भी प्रशादे का टाइम हो गया है। उधरों उत्थे जिहड़े भाई साहब उन्होंने भी हुक्म कर दिता बई भाई प्रशादा तैयार है, जिन्हां संगतां ने छकना वो छक लवो। की कीता भी इन्हें बह गया जाके पंगत दे विच। एक पासे मन दे विच डर भी है, की पता इत्थों भी मैनू ना कोई ठा देवे, ये ना कह देवे पता नहीं कित्थों आया, कौन है, किस धर्म दे नाल है, किस जाति दे विचों है। मन दे विच डर भी है, पर बह गया। आए, थाल मिलिया, प्रशादा छकिया। प्रशादा छकन तो बाद जाके कह लगा भाई साहब मैं रात रुकना है। वधिया बिस्तरा दिता। सवेरे उठिया, चाह मिल गई, प्रशादा मिलिया, सवेर का नाश्ता मिलिया, गुरु की संगत की। संगत दे विच आके जदों बैठा ना, एक चीज़ वेखदा, कहन लगा भी इत्थे ते किसी प्रकार का कोई भेदभाव ही नहीं है। मन दे विच एक विचार ने घर कर लिया, एक पासे वो जगह उत्थे भी मैं भगवान की सेवा की है, पर उस जगह के उत्ते भेदभाव है। तो अज गुरु नानक दे घर दे विच सेवा की है। ये तो वो दर है जिहड़ा निआसरियां नूं भी आसरा देण वाला है, भुखियां नूं रजाण वाला है। तो इस दर दे उत्ते भावें कोई गरीब भी आ जाए, अमीर भी आ जाए, सब दे अंदर निमरता हुंदी है। मन दे विच घर कर गया। एक अरदास की, सतगुरु हुण मेरे ते कृपा कर, धन गुरु रामदास मेरे ते कृपा करो। माँ ने मेरे अंदर चंगियारी बाली सी, अज सिक्खी दी अग बली है,
ਹੁਣ ਕਿਰਪਾ ਕਰਕੇ ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਮਾਂ ਦੇ ਪੂਰਨਿਆਂ ਤੇ ਚੱਲਣਾ ਸ਼ੁਰੂ ਹੋ ਗਿਆ। ਉਹਦੇ ਤੋਂ ਬਾਅਦ ਇੱਕ ਘਟਨਾ ਵਾਪਰਦੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। ਛੋਟੇ ਸਾਹਿਬਜ਼ਾਦਿਆਂ ਦਾ ਮੇਲਾ ਹੈ, ਸਭਾ ਹੈ। ਉਸ ਸਮੇਂ ਦਾ ਜਿਹੜਾ ਭੁਪਿੰਦਰ ਸਿੰਘ ਪਟਿਆਲਾ ਜਿਹੜੀ ਰਿਆਸਤ ਹੈ ਨਾ, ਉੱਥੋਂ ਦਾ ਰਾਜਾ ਸੀ। ਉਹਨਾਂ ਦੀ ਇੱਕ ਖਾਸੀਅਤ ਹੋਇਆ ਕਰਦਾ ਸੀ, ਪਟਿਆਲੇ ਦੀ ਰਾਜੇ ਦੀ ਖਾਸੀਅਤ ਸੀ, ਜਦੋਂ ਇਹ ਸਭਾ ਹੋਇਆ ਕਰਦੀ ਸੀ ਨਾ, ਇਸ ਸਮੇਂ ਜਦੋਂ ਨਗਰ ਕੀਰਤਨ ਨਿਕਲਦਾ ਸੀ ਤੇ ਪਾਲਕੀ ਸਾਹਿਬ ਦੀ ਜਿਹੜੀ ਸੇਵਾ ਇਹ ਰਾਜਾ ਆਪ ਕਰਿਆ ਕਰਦਾ ਸੀ। ਨਾਲ ਇਹਦੀ ਫੌਜ ਉਹਨੂੰ ਜਦੋਂ ਵੇਖਦਾ ਵੀ ਖੁੱਲਾ ਦਾੜਾ ਹੈ, ਪ੍ਰਕਾਸ਼ ਦਾੜਾ ਹੈ, ਕਿਉਂਕਿ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ, ਅਸੀਂ ਦਾੜਾ ਜ਼ਰੂਰ ਬੰਨ੍ਹਣੇ ਆ, ਪਰ ਦਾੜੇ ਨੂੰ ਖੁੱਲਾ ਰੱਖਿਆ ਕਰੋ। ਪ੍ਰਕਾਸ਼ ਸੋਹਣਾ ਲੱਗਦਾ ਹੈ, ਉਸ ਮਾਲਕ ਨੇ ਸਾਨੂੰ ਇੱਕ ਰੂਪ ਵੱਖਰਾ ਦਿੱਤਾ ਹੈ ਤੇ ਇਹ ਚੀਜ਼ ਸੋਹਣੀ ਵੀ ਲੱਗੇਗੀ। ਉਹਨਾਂ ਦਾ ਸੋਹਣਾ ਜਦੋਂ ਦਾੜਾ ਵੇਖਿਆ, ਸਿਰ ਦੇ ਉੱਤੇ ਸੋਹਣੀ ਦਸਤਾਰ ਵੇਖੀ ਹੈ, ਪੱਗ ਨੂੰ ਵੇਖਿਆ, ਵੇਖ ਕੇ ਮਨ ਦੇ ਵਿੱਚ ਚਾਹ ਆਇਆ, ਕਿਉਂ ਨਾ ਮੈਂ ਇਹੋ ਜਿਹਾ ਬਣ ਜਾਵਾਂ, ਕਿਉਂ ਨਹੀਂ ਇਹੋ ਜਿਹਾ ਬਣ ਸਕਦਾ। 25 ਕੁ ਸਾਲ ਦੀ ਉਮਰ ਇਤਿਹਾਸਕਾਰਾਂ ਲਿਖੀ ਹੈ। ਉਸੇ ਦਿਨ ਤੋਂ ਚੰਗਿਆੜੀ ਲੱਗੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਇਹ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਿਆ। ਇਹਦੇ ਤੋਂ ਬਾਅਦ ਡੇਰਾ ਸਾਹਿਬ ਚਲੇ ਗਏ, ਉੱਥੇ ਜਾ ਕੇ ਸੇਵਾ ਕਰਦੇ ਨੇ। ਇਤਿਹਾਸਕਾਰ ਲਿਖਦੇ ਮਾਤਾ ਜੀ ਚਲਾਣਾ ਕਰ ਜਾਂਦੇ ਨੇ। ਜਿੱਥੋਂ ਇਹ ਪਿੰਗਲਵਾੜੇ ਦੀ ਗੱਲ ਸ਼ੁਰੂ ਹੁੰਦੀ ਹੈ, ਇੱਕ ਬੂਟਾ ਲੱਗਦਾ ਹੈ, 4 ਕੁ ਸਾਲਾਂ ਦਾ ਬੱਚਾ ਹੈ, ਨਾ ਉਹ ਤੁਰ ਸਕਦਾ ਹੈ, ਨਾ ਕੁਝ ਕਰ ਸਕਦਾ ਹੈ, ਆਪਣੀ ਕਿਰਿਆ ਵੀ ਨਹੀਂ ਕਰ ਸਕਦਾ, ਕਿਰਿਆ ਵੀ ਕਰਾਉਣੀ ਪੈਂਦੀ ਹੈ। ਉਹਦੇ ਮਾਂ-ਪਿਓ ਨੇ ਕੀ ਕੀਤਾ, ਉਹ ਗੁਰਦੁਆਰਾ ਸਾਹਿਬ ਦੇ ਬਾਹਰ ਉਹਨੂੰ ਛੱਡ ਕੇ, ਬਾਹਰ ਜਦੋਂ ਛੱਡ ਕੇ ਚਲੇ ਗਏ, ਵੇਖਿਆ ਵੀ ਸਵੇਰ ਦਾ ਬੱਚਾ ਹੈ, ਸ਼ਾਮ ਹੋ ਗਈ, ਰੋ ਵੀ ਰਿਹਾ ਹੈ। ਤੇ ਉੱਥੇ ਜਿਹੜੇ ਭਾਈ ਕ੍ਰਿਸ਼ਨ ਸਿੰਘ ਸੀ ਸਨ, ਉੱਥੋਂ ਦੇ ਹੈੱਡ ਗ੍ਰੰਥੀ, ਮੁੱਖ ਸੇਵਾਦਾਰ, ਉਹਨਾਂ ਇਸ ਨੂੰ ਕਿਹਾ, ਕਿਉਂਕਿ ਪਿਆਰ ਬੜਾ ਬਣ ਗਿਆ ਸੀ ਪੂਰਨ ਸਿੰਘ ਦਾ, ਸੇਵਾ ਕਰਨੀ, ਸਤਿਗੁਰਾਂ ਦੇ ਦਰ ਦੇ ਉੱਤੇ ਉੱਥੇ ਰਹਿਣਾ। ਤੇ ਭਗਤ ਪੂਰਨ ਸਿੰਘ ਨੂੰ ਕਹਿਣ ਲੱਗੇ, ਪੂਰਨ ਸਿਆ ਇੱਦਾਂ ਕਰ, ਇਹ ਵੀ ਇੱਕ ਸੇਵਾ ਹੈ, ਤੂੰ ਹੁਣ ਇਹ ਸੇਵਾ ਕਰਿਆ ਕਰ। ਉਸ ਬੱਚੇ ਨੂੰ ਇਹਨੇ ਆਪਣੀ ਪਿੱਠ ਤੇ ਚੁੱਕਿਆ, ਲੈ ਆਇਆ, ਨਵਾਇਆ ਧਵਾਇਆ, ਕਿਰਿਆ ਕਰਾਈ, ਆਪਣਾ ਸਭ ਕੁਝ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਿਵੇਂ ਕੁਝ ਦਿਨ ਲੰਘੇ ਤੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ, ਪਤਾ ਨਹੀਂ ਇਹਦੇ ਵਰਗੇ ਪਤਾ ਨਹੀਂ ਕਿੰਨੇ ਕੁ ਲਗੇ ਫਿਰਦੇ ਨੇ, ਕਿਉਂ ਨਾ ਹੋਵੇ ਪੂਰਨ ਸਿਆ, ਲੋਕੀ ਸਾਰਾ ਕੰਮ ਕਰ ਰਹੇ ਨੇ, ਠੀਕ ਹੈ, ਕੋਈ ਡਿਊਟੀ ਕਰ ਰਿਹਾ, ਕੋਈ ਨੌਕਰੀ ਕਰ ਰਿਹਾ, ਹਰੇਕ ਪ੍ਰਕਾਰ ਦੀ ਸੇਵਾ ਕਰ ਰਿਹਾ, ਕਿਉਂ ਨਾ ਹੋਵੇ ਇੱਕ ਸੇਵਾ ਆ ਵੀ ਕੀਤੀ ਜਾਵੇ। ਉਸ ਜਗ੍ਹਾ ਤੋਂ ਨਾਮ ਰੱਖਿਆ ਗਿਆ ਪਿਆਰਾ, ਤੇ ਪਿਆਰੇ ਨੇ ਅੰਦਰ ਇਹੋ ਜਿਹੀ ਚੰਗਿਆੜੀ ਬਾਲੀ, ਤੇ ਉਹ ਚੰਗਿਆੜੀ ਤੋਂ ਬਾਅਦ ਇੱਕ ਇਹੋ ਜਿਹਾ ਬੀਜ ਬੋਇਆ ਗਿਆ। ਉਸ ਬੀਜ ਤੋਂ ਬਾਅਦ ਸਮਾਂ ਪਾ ਕੇ ਇੱਕ ਬੂਟਾ ਬਣ ਗਿਆ। ਬੂਟਾ ਕਿਹੜਾ ਬਣਿਆ, ਪਿੰਗਲਵਾੜਾ ਜਿਹੜੀ ਸੰਸਥਾ ਹੈ ਉਹ ਉਸ ਬੂਟਾ ਹੈ, ਉੱਥੋਂ ਦਾ ਫਲ ਹੈ। ਤਰਬੀਣੀ ਉਹ ਖਾਸ ਕਰਕੇ 2-3 ਚੀਜ਼ਾਂ ਦਾ ਧਿਆਨ ਰੱਖਣਾ, ਉਹ ਖਾਸ ਕਰਕੇ ਕੁਦਰਤ ਦੇ ਬਾਰੇ ਬੜੇ ਚਿੰਤਤ ਹੋਇਆ ਕਰਦੇ ਸਨ। ਉਹ ਆਖਦੇ ਸਨ, ਵੱਧ ਤੋਂ ਵੱਧ ਰੁੱਖ ਲਾਓ, ਪਾਣੀ ਦਾ ਜਿੰਨਾ ਬਚਾਅ ਹੋ ਸਕਦਾ ਪਾਣੀ ਦਾ ਬਚਾਅ ਕਰੋ, ਹਵਾ ਦੂਸ਼ਿਤ ਹੋਣ ਤੋਂ ਬਚਾਵੋ, ਕਿਉਂਕਿ ਹਵਾ ਦੂਸ਼ਿਤ ਹੋਵੇਗੀ, ਅਨੇਕਾਂ ਬਿਮਾਰੀਆਂ ਫੈਲਣਗੀਆਂ, ਬਿਮਾਰੀਆਂ ਜਦੋਂ ਫੈਲਣਗੀਆਂ ਤੇ ਅਨੇਕਾਂ ਦੀ ਜਾਨ ਜਾਵੇਗੀ। ਇਹੀ ਕਾਰਨ ਹੈ ਅੱਜ ਉਹ ਸਭ ਤੋਂ ਜ਼ਿਆਦਾ ਇਹ ਗੱਲ ਆਖਿਆ ਕਰਦੇ ਸਨ, ਭਾਈ ਸਭ ਤੋਂ ਜ਼ਿਆਦਾ ਜੇਕਰ ਤੁਸੀਂ ਚੱਲਣਾ ਹੈ ਪੈਦਲ ਚੱਲਿਆ ਕਰੋ, ਜਾਂ ਟਾਂਗੀ ਦੀ ਜਿਹੜੀ ਗੱਡੀ ਦੀ ਵਰਤੋਂ ਕਰਿਆ ਕਰੋ, ਕਿਉਂਕਿ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੇ। ਇੱਕ ਵਾਰੀ ਲੈਣ ਲਈ ਉਹਨਾਂ ਨੂੰ ਆਏ ਸਨ, ਗੱਡੀ ਦੇ ਉੱਤੇ ਲੈਣ ਲਈ ਉਹਨਾਂ ਨੂੰ ਆਏ, ਉਹ ਕਹਿਣ ਲੱਗੇ ਮੈਂ ਗੱਡੀ ਤੇ ਨਹੀਂ ਜਾਵਾਂਗਾ। ਪੁੱਛਿਆ ਕਾਰਨ, ਕਰਦੇ ਇਹਦੇ ਕਰਕੇ ਪਤਾ ਨਹੀਂ ਕਿੰਨਿਆਂ ਕੁ ਨੂੰ ਸਾਹ ਦੀਆਂ ਬਿਮਾਰੀਆਂ, ਕਿੰਨਿਆਂ ਕੁ ਨੂੰ ਹੋਰ ਬਿਮਾਰੀਆਂ ਲੱਗਣੀਆਂ ਨੇ, ਇਹ ਹਵਾ ਨੂੰ ਦੂਸ਼ਿਤ ਕਰਦੀ ਹੈ, ਇਹਦੇ ਵਿੱਚੋਂ ਨਿਕਲਿਆ ਹੋਇਆ ਧੂੰਆਂ ਹਵਾ ਨੂੰ ਦੂਸ਼ਿਤ ਕਰਦਾ ਹੈ। ਉਹ ਖਾਸ ਕਰਕੇ ਇਹ ਗੱਲ ਕਿਹਾ ਕਰਦੇ ਸਨ, ਅਕਸਰ ਕਹਿੰਦੇ ਸਨ, ਭਾਈ ਵੱਧ ਤੋਂ ਵੱਧ ਰੁੱਖ ਲਗਾਓ। ਅੱਜ ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਉਹਦੇ ਪਿੱਛੇ ਕਾਰਨ ਇਹ ਹੈ, ਸਭ ਤੋਂ ਜ਼ਿਆਦਾ ਗਰਮੀ ਦਾ, ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਕਾਰਨ ਇਹੀ ਹੈ, ਕਿਉਂਕਿ ਇੱਕ ਤੇ ਅਸੀਂ ਰੁੱਖ ਵੱਢਣੇ ਸ਼ੁਰੂ ਕਰ ਦਿੱਤੇ,
रुखां ते जदों वो रुख की कारज करते सन, जहर अपने अंदर लेंदे सन ते अमृत सानू दिया करते सन। कार्बन डाइऑक्साइड है वो अपने अंदर सोख लेंदे सन। तुसी देख लो भी जेकर कुछ समा बंदे नूं साह ना आवे, उहदी मौत हो सकती है। इनू बाणी दे अंदर सतगुरां ने कृपा की सी, भाई पानी जिहड़ा है ये तेरे पिता की तरह है, तेरे गुरु की तरह है, ते हवा तेरे पिता की तरह है, ते जिहड़ी धरती है वो माता की तरह है। पौन गुरु पानी पिता, माता तरत महत। वो इस चीज़ के बारे अक्सर बड़े चिंतित सन, ते उन्होंने बड़े किताबचे भी लिखे, बड़े नामचे भी लिखे। कल ही भाई साहब ने एक मैनू किताब दी सी, उहदे विच उन्होंने बड़ा वधिया गल लिखी है। वो आखन लगे भी जिन्ना तुसी सुचेत होवोगे उन्ना तुहाडे लिए फायदा है। तुसी धन कमा सकते हो। अज साडी की बनिया हालत की है, असी कहने हैं साडे कोल पैसा होना चाहिए, धन होना चाहिए, वधिया गड्डी होवे, वधिया मकान होवे रहण दे लई, धीआं पुत्तर होण। ते वो गल करिया करदे सन भी एक समा इहो जिहा भी होना है, रुख मनुख तो बिना रह सकते पर मनुख रुख तो बिना नहीं रह सकता। तो टाइम वो भी होना, घर दे विच पैसा भी बड़ा होना है, वधिया घर भी होवेगा, हरेक प्रकार की सुख सहूलत होवेगी, पर बंदे कोल सांस लैण दे लई हवा नहीं होवेगी। वो कल वाली किताब दे विच मैनूं पढ़न लई बड़ी वधिया चीज़ मिली। इथों जिहड़ा प्यारा सिंह तो जिहड़ी ये चंगियाड़ी बलदी है, समा पा पा के पहलां ते अमृतसर की धरती ते इन्हां की करना, मोढियां ते चुकिया होना, सवेरे जाना दरबार साहब, उत्थे जाके बाहर बैठ जाना, उत्थे नाले ते सेवा करनी, नाले लोकां नूं उजागर करना, सुचेत करना कुदरत के बारे। उतों हौली हौली प्रेम बनता 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 एक तो समा इहो जिहा भी आया भी जदों ये दरबार साहब बैठिया करते सन ना, उतों के लोगों ने उतों भी इन्हों कढ़ दिता। क्योंकि जदों कोई भी मुहिम चलती है, कोई भी सही रस्ते ते चलता है, उहदी जिंदगी दे विच रुकावटां जरूर आउणगीआं। कुछ तो इहो ਜਿਹੇ ਜਿਹੜੀਆਂ रुकावटां नूं वेख के उत्थे रुक जाते हैं, पर कुछ इहो ਜਿਹੇ ਜਿਹੜੇ पहाड़ां नूं चीरदियां होइयां अगांह नूं चले जाते हैं। ते भगत पूरन सिंह उन्हां दे विचों एक सन, जिन्हां ने अपनी जिंदगी दे विच बहुत सारियां मुसीबतां दा सामना भी किया, टाकरा भी किया, लोकां ने माड़ा भी आख्या, लोकां ने चंगा भी आख्या। इत्थों तक लोकां ने यह भी गल आखी, भाई ये किहो जिहा बंदा है, ये तो पागल है, बोरा है। क्यों? क्योंकि उन्होंने आदत होया करती सी, जदों सड़क ते जाना करना ना, रस्ते दे विच उन्हां किल चुक लैणे करने, रोड़ा चुक के इट चुक के साइड ते करनी, उहदे पिछे कारण सी केलियां दे छिलके चुकने करने। किहदे करके? ਇਹਦੇ ਪਿੱਛੇ कोई तिलक जे ਜਾਂ ਕਿਸੇ ਨੂੰ कोई सट ਵੱਜ जे, मेरा ਜਿਹੜਾ उस मालक ਦਾ फुल है वो फुल कमला जाएगा, दुखी होवेगा। क्योंकि असी सब फुल हाँ, तो वो मालक ने इस संसार नूं बाग बनाया है, तो इस बाग दे विच सब जिहड़े फुल ने वो खिड़े हुए चंगे लगते हैं, दुखी मुरझाया होया फुल कोई भी चंगा नहीं लगता। जिहड़ा मुरझा जाए उन्होंने असी चुक के बाहर वगा दिंदे आ, बाहर सुट दिंदे आ। तो भगत पूरन सिंह के मन के विच यही सी। उन्होंने दरबार साहब तो एक बारी अमृतसर तो जदों कढ़ दिता गया, तो जिहड़ा खालसा कॉलेज है उस जगह के उत्ते जाके उन्हें तंबू लाया, घर घर दे विच जाके उन्हें मंग के प्रशादा लियाना करना, ये अपने जिहड़े बच्चे ने इन्हां बच्चिआं नूं पालना करना। तो दूसरी गल का एक होर ध्यान रखिया जे, जेकर वेखिया जाए, मैं एक गल है भी जदों तुसी दरबार साहब जावो ना, दरबार साहब नूं असी रूहानीयत का घर कहने आ, गुरु नानक का घर है, जिहड़ा गुरु का दर है, गुरु की संगत है। इस जगह तो सानू सिक्ख्या मिलनी है, ये साडा स्कूल है, पर जो सिक्ख्या मिलनी है इनू असी दुनिया दे विच लैके जाना, प्रैक्टिकल उत्थे करना है। ये ना आख्या करो भी हाँ गुरुद्वारा साहब गए, जो गल सुनी केवल गुरुद्वारे साहब तक ही सीमित है, नहीं। गुरु साहब आखदे इथों तेनू गुण मिलने ने, तो गुण नूं सिख, ते गुण नूं सिख के तू जिंदगी दे विच लैके आ, जिंदगी दे विच अपने लैके लोकां दी सेवा करिया कर।
उस जगह के उत्ते केवल ते केवल लंगड़े या लुल्ले वो बच्चे नहीं सन। उस जगह के उत्ते वो भी धीआं, वो भी भैणां, वो भी मावां जिन्हां नूं घरां दे विचों बेदखल कर दिता गया सी, जिन्हां दी कोई पुकार नहीं सुनने वाला, जिहड़े इस संसार दीआं कुरैतां दे मारे होए सन। भगत पूरन सिंह ने उन्हां नूं अपनी गलवकड़ी दे विच लिया ते गलवकड़ी दे विच लैके उन्हां दी सेवा करिया करदे सन। ते अज दे समय दे विच जेकर देखिया जावे 1764 के करीब उस जगह के उत्ते ये बच्चे ने 1764 ते एक दिन का जिहड़ा खर्चा है वो तकरीबन 2017 ਦੇ ਵਿੱਚ ਜਿਹੜਾ ਉਹਦਾ ਖਰਚਾ ਦੱਸਿਆ ਗਿਆ 1 ਕਰੋੜ ਰੁਪਈਆ, ਜਿਹੜਾ ਮਾਫ ਕਰਨਾ 7 ਲੱਖ ਰੁਪਈਆ ਖਰਚਾ ਹੁੰਦਾ ਸੀ। ਉਸ ਸਮੇਂ ਦਾ ਖਰਚਾ ਸੀ ਇੱਕ ਦਿਨ ਦਾ ਜਿਹੜਾ ਖਰਚਾ ਹੈ। ਪਰ ਉਹ ਸਾਡੇ ਵਰਗੇ ਜਾਂ ਹੋਰ ਜਿਹੜੇ ਸੰਗਤਾਂ ਨੇ, ਸੰਗਤਾਂ ਦੇ ਸਹਿਯੋਗ ਦੇ ਕਰਕੇ ਉਹ ਚੱਲ ਰਿਹਾ ਹੈ। ਕਦੀ ਵੀ ਤੁਸੀਂ ਜਾਵੋ ਠੀਕ ਗੁਰੂ ਘਰ ਦੇ ਵਿੱਚ ਸੇਵਾ ਜ਼ਰੂਰ ਕਰੋ, पर ਉਹਦੇ ਨਾਲ एक बेनती जरूर है, ਜਦੋਂ भी ਤੁਸੀਂ दरबार साहब जावो तो धन गुरु रामदास पातशाह जी के दर के उत्ते हाज़री लवाउंदे हो, ਉਹਦੇ तो बाद एक बारी पिंगलवाड़े जरूर जाया करो। अपनी किरत दे विचों भावें कोई जिन्ने भी पैसे निकलते हैं वो कढ़ के उस जगह ते जरूर पहुँचाओ। क्यों? कारण ये है भी मालिक ने सानू सब कुछ दिता होया है, साडे कोल सलामत हथ ने, साडे कोल पैर ने, असी खा सकते हैं, पी सकते हैं, हरेक प्रकार का कारज कर सकते हैं। साडे कोल रहन दे लई घर है, पहनण दे लई कपड़े ने। उस जगह के उत्ते कुछ बच्चे इहो जिहे भी आउंदे ने जिन्हां दे कोल खाण दे लई रोटी नहीं हुंदी ते पहनण दे लई कपड़े नहीं हुंदे। जरूर अपने विचों कुछ ना कुछ सेवा जरूर कढ के उस जगह ते पहुँचाया करो। इहो जिहे महान इहो जिहे योधे सन भगत पूरन सिंह जी, जिन्हां ने संसार दे उत्ते अंत तक सेवा की है। किसी प्रकार का कोई मन दे विच भरम नहीं, किसी प्रकार के कोई लोगों की नहीं सुनी। क्योंकि कई बारी बंदा जो कोई कारज करता होवे ना, बंदा आखदा भी मैनू केवल उस्तत को लोकी मेरी करन, पर उन्होंने बुराइयां नूं भी सुनिया, लोगों ने माड़ा भी किया, पर जिस रस्ते के उत्ते चले सन उस रस्ते नूं नहीं छड्डिया। चौथे पातशाह जी का एक बचन है सतगुरां दी बाणी दे विचों, जदों मनुख गुरु के रस्ते के उत्ते चलदा है ना, जदों वो सोचदा भी एक बारी सोच लवे मैं गुरु के रस्ते ते चलना है, गुरु के रस्ते के उत्ते चलदियां होइयां वो अपना सब कुछ वार दिंदा है, सब कुछ छड्ड दिंदा है। फिर वो लोगों की कोई चिंता नहीं करता, लोगों की कोई टेंशन नहीं है, कोई माड़ा कवे उन्होंने चंगा कवे, कोई बुरा कह रहा कोई भला कह रहा है। क्यों? उन्हें अपना सब कुछ गुरु नूं वार दिता हुंदा है। बचन आपां सब पढ़ते हैं, अब हम चली ठाकुर पे हार, जब हम शरण प्रभु की आई, राख प्रभु पावे मार। लोकन की चतुराई उपमा ती बै संतर जार, कोई भला कहो भावे बुरा कहो, हम तन दियो है टार। भावें कोई मैनू भला कवे, भावें कोई बुरा कवे, मैनू हुण कोई चिंता नहीं है, कोई फिक्र नहीं है। क्यों? मैं अपना सब कुछ वार दिता है, हुण कोई परवाह ही नहीं है। क्यों? मैं मालक उन्होंने बना लिया जिस मालक के दर दे उत्ते गरीब प्रवान है, जिस मालक के उत्ते निर्माणा प्रवान है, जिस मालक के दर दे उत्ते वो प्रवान है जिहड़े हथी सेवा करिया करते हैं। हथी सेवा जरूर करिया करो। अज साडे घरां दे विचों ये चीज़ चली गई है। गुरु नानक का जिहड़ा कंसैप्ट सी वो कंसैप्ट यही सी, किरत करो, नाम जपो ते वंड के छको। एक बजुर्ग ने मैनूं गल कही बड़ी प्यारी लगी, वो आखन लगा भी कहन लगा भी जदों कोई घर दे विच ना पुरानियां जिहड़ियां इस्त्रियां सन, मावां सन, भैणां सन, वो घर दे विच अपने प्रशादे तैयार करन तो बाद 2-3 प्रशादे वखरे तैयार करके रखते सन। मैं पूछया कारण? कहते कारण यह है भी जेकर कोई लोड़वंद आ जाता सी ना, भी ये आखते सन जे गुरु नानक दे घर दे विचों तुहानूं रहण दे लई जगह मिल सकती है, खाण दे लई प्रशादा मिल सकता है, तो उहदे सिख दे घर दे विचों क्यों नहीं मिल सकता। ये अपनी जिंदगी दे विच जरूर लैके आइए। अपने लिए हर कोई करता है। मावां भैणां नूं बेनती है भी जदों आपां घर दे विच प्रशादा तैयार करते हैं ना,
2-3 ਪ੍ਰਸ਼ਾਦੇ ਵੱਧ ਜ਼ਰੂਰ ਪਕਾ ਕੇ ਰੱਖਿਆ ਕਰੋ। ਕੋਈ ਮੰਗਤਾ, ਕੋਈ ਭਿਖਾਰੀ, ਕੋਈ ਤੁਹਾਡੇ ਦਰ ਦੇ ਉੱਤੇ ਆ ਕੇ ਇਹ ਗੱਲ ਆਖਦਾ ਹੈ ਨਾ, ਪ੍ਰਸ਼ਾਦਾ ਕੋਈ ਸ਼ਕਲ ਨਹੀਂ ਮਿਲੇਗਾ, ਉਹਨਾਂ ਨੂੰ ਖਾਲੀ ਹੱਥ ਨਾ ਮੋੜਿਆ ਕਰੋ। ਕੋਈ ਪਤਾ ਨਹੀਂ ਕਿਹਦੇ ਅੰਦਰ ਉਹ ਮਾਲਕ ਰੱਬ ਵਸ ਰਿਹਾ ਹੈ। 6ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਘਟਨਾ ਹੈ। ਭਾਈ ਕੱਟੂ ਜੀ ਦੇ ਬਾਰੇ ਆਪ ਜੀ ਨੇ ਸੁਣਿਆ, ਜਦੋਂ ਸ਼੍ਰੀਨਗਰ ਜਾਂਦੇ ਨੇ ਸਤਿਗੁਰੂ ਜੀ, ਉਸ ਸਿੱਖ ਜਿਹੜੇ ਉਹਦੀ ਸ਼ਹਿਦ ਲੈ ਕੇ ਆਏ ਸਨ ਸਤਿਗੁਰਾਂ ਦੇ ਲਈ, ਤੇ ਭਾਈ ਕੱਟੂ ਨੂੰ ਥੋੜਾ ਜਿਹਾ ਖੰਘ ਸੀ, ਸਾਹ ਦੀ ਬਿਮਾਰੀ ਸੀ। ਰਸਤੇ ਦੇ ਵਿੱਚ ਜਦੋਂ ਜ਼ਿਆਦਾ ਬਿਮਾਰ ਹੋ ਗਿਆ ਤੇ ਉਹ ਕਹਿਣ ਲੱਗੇ ਵੀ ਥੋੜਾ ਜਿਹਾ ਸ਼ਹਿਦ ਮਿਲੇਗਾ। ਤੇ ਸਿੱਖ ਕਹਿਣ ਲੱਗੇ ਤੂੰ ਕਮਲਾ ਹੋ ਗਿਆ, ਅਸੀਂ ਤੇ ਗੁਰੂ ਲਈ ਲੈ ਕੇ ਚੱਲੇ ਆ, ਤੇ ਗੁਰੂ ਤੋਂ ਬਿਨਾਂ ਅਸੀਂ ਤੈਨੂੰ ਕਿਵੇਂ ਦੇ ਸਕਨੇ ਆ। ਉਹਨੇ ਕੁਝ ਨਾ ਕਿਹਾ। ਆ ਕੇ ਸਤਿਗੁਰਾਂ ਦੇ ਦਰ ਦੇ ਉੱਤੇ ਆ ਕੇ ਬੜੇ ਚਾਅ ਦੇ ਨਾਲ ਦਰਸ਼ਨ ਕੀਤੇ, ਭਟਾਵਾਂ ਰੱਖੀਆਂ, ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸਤਿਗੁਰਾਂ ਦੇ ਅੱਗੇ ਜਦੋਂ ਸ਼ਹਿਦ ਰੱਖਿਆ ਨਾ, ਉਹ ਸਿੱਖ ਬੇਨਤੀ ਕਰਨ ਲੱਗਾ, ਸਤਿਗੁਰੂ ਬੜੇ ਚਾਅ ਦੇ ਨਾਲ, ਬੜੀ ਮਿਹਨਤ ਕਰਨ ਤੋਂ ਬਾਅਦ, ਬੜੀ ਘਾਲ ਕਮਾਈ ਕਰਨ ਤੋਂ ਬਾਅਦ ਇਹ ਸ਼ਹਿਦ ਤੁਹਾਡੇ ਲਈ ਲੈ ਕੇ ਆਏ ਆ, ਇਹਨੂੰ ਛਕਣਾ ਕਰੋ। ਸਤਿਗੁਰਾਂ ਕੁਝ ਨਾ ਆਖਿਆ, ਕੋਲ ਰੱਖ ਲਿਆ। ਫਿਰ 1 ਦਿਨ ਲੰਘਿਆ, 2 ਦਿਨ ਲੰਘਿਆ, ਬੇਨਤੀ ਕੀਤੀ, ਸਤਿਗੁਰੂ ਉਹਨੂੰ ਛਕ ਕੇ ਦੇਖਿਆ, ਕੁਝ ਨਾ ਬੋਲੇ। ਫਿਰ ਪੁੱਛਿਆ, ਕਹਿਣ ਲੱਗੇ ਭਲਿਆ ਜਦੋਂ ਤੇ ਤੁਹਾਡੇ ਕੋਲੋਂ ਮੰਗਿਆ ਸੀ ਉਦੋਂ ਤੁਸੀਂ ਦਿੱਤਾ ਨਹੀਂ, ਤੇ ਹੁਣ ਮੈਂ ਇਹਨੂੰ ਕਿਵੇਂ ਛਕ ਸਕਦਾ। ਕਹਿਣ ਲੱਗੇ ਸਤਿਗੁਰੂ ਤੁਸੀਂ ਕੀ ਗੱਲ ਕਹਿ ਰਹੇ ਹੋ, ਅਸੀਂ ਤੇ ਸਿੱਧੇ ਆਏ ਆ, ਇੱਥੇ ਆ ਕੇ ਤੁਹਾਡੇ ਦਰਬਾਰ ਦੇ ਵਿੱਚ ਰੁਕੇ ਆ, ਇੱਥੇ ਤੁਸੀਂ ਮਿਲੇ ਹੋ, ਆਉਂਦਿਆਂ ਸਾਰ ਤੁਹਾਨੂੰ ਚੀਜ਼ ਦੇ ਦਿੱਤੀ ਹੈ, ਤੁਹਾਡੀ ਸੇਵਾ ਤੁਹਾਨੂੰ ਦੇ ਦਿੱਤੀ ਹੈ, ਤੇ ਤੁਸੀਂ ਮੰਗਿਆ ਕਿਸ ਟਾਈਮ ਸੀ। ਤੇ ਉਹਨਾਂ ਆਖਿਆ ਸੀ ਮੈਂ ਭਾਈ ਕੱਟੂ ਦੇ ਰੂਪ ਦੇ ਵਿੱਚ ਮੰਗਿਆ ਸੀ ਤੁਹਾਡੇ ਕੋਲੋਂ, ਤੇ ਉਦੋਂ ਤੁਸੀਂ ਦਿੱਤਾ ਨਹੀਂ, ਅੱਜ ਕੀ ਲੋੜ ਹੈ। ਕਹਿਣ ਤੋਂ ਮੁਰਾਦ ਇਹ ਹੈ ਵੀ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਦਾ ਇੱਕ ਸਿਧਾਂਤ ਹੈ, ਜੇਕਰ ਇਸ ਘਰ ਦੇ ਵਿੱਚੋਂ ਕੋਈ ਭੁੱਖਾ ਨਹੀਂ ਜਾ ਸਕਦਾ, ਤੇ ਸਾਡੇ ਘਰ ਦੇ ਵਿੱਚੋਂ, ਅਸੀਂ ਗੁਰੂ ਦੇ ਸਿੱਖ ਹਾਂ, ਤੇ ਸਾਡੇ ਘਰ ਦੇ ਵਿੱਚੋਂ ਵੀ ਕੋਈ ਭੁੱਖਾ ਨਾ ਜਾਵੇ। ਇਹੀ ਜਿਹੜੀ ਚੀਜ਼ ਸੀ ਭਗਤ ਪੂਰਨ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਲਿਆਂਦੀ ਸੀ। ਭਾਵੇਂ ਤਨ ਦੇ ਉੱਤੇ ਆਪਣੇ ਕੱਪੜਾ ਨਹੀਂ ਪਹਿਨਿਆ, ਪਰ ਆਪਣੇ ਬੱਚਿਆਂ ਦੇ, ਆਪਣੇ ਨਾਲ ਦੇ ਸਾਥੀਆਂ ਦੇ ਤਨ ਦੇ ਉੱਤੇ ਕੱਪੜਾ ਜ਼ਰੂਰ ਪਹਿਨਦੇ ਰਹੇ, ਉਹਨਾਂ ਦੇ ਇੱਜ਼ਤ ਨੂੰ, ਉਹਨਾਂ ਦੇ ਤਨ ਨੂੰ ਜ਼ਰੂਰ ਢੱਕਦੇ ਰਹੇ। ਆਪ ਭਾਵੇਂ ਪ੍ਰਸ਼ਾਦਾ ਨਹੀਂ ਛਕਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਗਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਨੀ, ਤੇ ਸ਼ਾਮ ਨੂੰ ਮਿਹਨਤ ਕਰਕੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਪਾਲਿਆ ਕਰਦੇ ਸਨ। ਇਹੋ ਜਿਹੇ ਮਹਾਨ ਯੋਧੇ ਜਿਨ੍ਹਾਂ ਦੇ ਅੰਤਿਮ ਜਿਹੜੇ ਸਵਾਸ ਨੇ ਉਹ 1992 ਦੀ 5 ਅਗਸਤ ਦਾ ਜਿਹੜਾ ਸਮਾਂ ਹੈ, ਉਦੋਂ ਚੰਡੀਗੜ੍ਹ ਦੀ ਧਰਤੀ 'ਤੇ ਜੋ ਨਿਕਲਦੇ ਨੇ। ਅੱਜ ਵੀ ਜਿਹੜੀ ਉਹ ਸੰਸਥਾ ਹੈ, ਉਹਨਾਂ ਦੀ ਧਰਮ ਜਿਹੜੀ ਬੱਚੀ ਹੈ, ਡਾਕਟਰ ਇੰਦਰਜੀਤ ਕੌਰ ਜੀ ਉਹ ਚਲਾ ਰਹੇ ਨੇ, ਬੜੇ ਹੀ ਸੁਚੱਜੇ ਢੰਗ ਦੇ ਨਾਲ ਚਲਾ ਰਹੇ ਨੇ। ਸੋ ਮੈਂ ਬੇਨਤੀ ਜ਼ਰੂਰ ਕਰਾਂਗਾ, ਉਹਨਾਂ ਦੀ ਫੋਟੋ ਇੱਕ ਵਾਰੀ ਜ਼ਰੂਰ ਆਪਣੇ ਘਰਾਂ 'ਚ ਲਾਈਏ, ਕਿਉਂ ਕਦੇ ਬੱਚਾ ਪੁੱਛੇ ਵੀ ਇਹ ਕੌਣ ਹੈ, ਅਸੀਂ ਦੱਸ ਸਕਦੇ ਹਾਂ ਇਹ ਸਾਡੇ ਉਹ ਯੋਧੇ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਗੁਰੂ ਨੂੰ ਅਰਪ ਕਰ ਦਿੱਤਾ, ਤੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਹੈ, ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲੇ ਨੇ। ਗੁਰਬਾਣੀ ਜਿਹੜਾ ਸਾਡਾ ਜੀਵਨ ਦੇ ਵਿੱਚ ਮੋੜ ਲਿਆਂਦੀ ਹੈ, ਜੀਵਨ ਨੂੰ ਬਦਲਦੀ ਹੈ, ਉਹ ਇਹ ਜਿਹੜਾ ਜੀਵਨ ਤਿਆਰ ਕਰਦੀ ਹੈ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ, ਹਰ ਕਿਸੇ ਦੀ ਸੇਵਾ ਦਾ ਹੁੰਦਾ। ਇੱਕ ਨਿੱਕੇ ਜਿਹੇ ਬਚਨ ਕਹਿ ਕੇ ਮੈਂ ਸਮਾਪਤੀ ਵੱਲ ਜਾਵਾਂ। ਸਿੱਖੀ ਕੀ ਹੈ? ਸਿੱਖੀ ਨਾਮ ਕਿਸ ਦਾ ਹੈ? ਉਹਨਾਂ ਬਚਨ ਬੜੇ ਪਿਆਰੇ ਕਹਿਣ ਲੱਗੇ, ਸਿੱਖੀ ਨਾਮ ਹੈ ਸਿਮਰਨ ਦਾ, ਨੇਕੀ ਤੇ ਧਰਮ ਕਮਾਉਣ ਦਾ। ਸਿੱਖੀ ਨਾਮ ਹੈ ਸੇਵਾ ਦਾ, ਮਿਹਨਤ ਤੇ ਕਰਮ ਕਮਾਉਣ ਦਾ। ਸਿੱਖੀ ਨਾਮ ਹੈ ਮੁਹੱਬਤ ਦਾ, ਇੱਕ ਸਾਧਨ ਰੱਬ ਰਜਾਉਣ ਦਾ। ਸਿੱਖੀ ਨਾਮ ਹੈ ਨਿਮਰਤਾ ਦਾ, ਨਿਮਾਣਿਆਂ ਨੂੰ ਮਾਣ ਤੇ ਤਾਣ ਦਿਵਾਉਣ ਦਾ। ਸਿੱਖੀ ਨਾਮ ਹੈ ਆਪਾ ਵਾਰਨ ਦਾ, ਦੂਸਰਿਆਂ ਦੇ ਕੰਮ ਆਉਣ ਦਾ। ਸਿੱਖੀ ਨਾਮ ਹੈ ਸਿੱਖੀ ਨਾਮ ਵੰਗਾਰ ਹੈ, ਜ਼ਾਲਮ ਨੂੰ ਜੰਗ ਵਿੱਚ ਜੂਝ ਵਿਖਾਉਣ ਦਾ। ਸਿੱਖੀ ਨਾਮ ਹੈ ਰੱਬ ਦੀ ਰਹਿਮਤ ਦਾ, ਅਦਲੀ ਇੱਕ ਵਰਦਾਨ ਦਾ। ਸਿੱਖੀ ਇਹ ਹੈ ਜਿਹੜੀ ਸਿਮਰਨ ਵੀ ਕਰਨਾ ਸਿਖਾਉਂਦੀ ਹੈ, ਮਿਹਨਤ ਵੀ ਕਰਨਾ ਸਿਖਾਉਂਦੀ ਹੈ, ਧਰਮ ਦੇ ਰਸਤੇ 'ਤੇ ਵੀ ਚਲਾਉਣਾ ਸਿਖਾਉਂਦੀ ਹੈ, ਤੇ ਜਿਹੜੀ ਹੱਥੀਂ ਸੇਵਾ ਕਰਨਾ ਵੀ ਸਿਖਾਉਂਦੀ ਹੈ। ਜੇਕਰ ਕਿਤੇ ਸੰਸਾਰ ਦੇ ਅੰਦਰ ਭੀੜਾ ਬਣੇ
ਤੇ ਆਪਣਿਆਂ ਨੂੰ ਛੱਡ ਕੇ ਦੂਸਰਿਆਂ ਦੀ ਮਦਦ ਕਰਨਾ ਵੀ ਸਿਖਾਉਂਦੀ ਹੈ। ਸੋ ਇਹੋ ਜਿਹੇ ਗੁਰੂ ਦੇ ਲੜ ਲੱਗੇ ਹਾਂ। ਸੋ ਪਿਆਰ ਵਾਲਿਓ, ਕੋਸ਼ਿਸ਼ ਜ਼ਰੂਰ ਕਰੋ ਇਹੋ ਜਿਹੇ ਗੁਰੂ ਤੋਂ ਬਲਿਹਾਰਨੇ ਜਾਈਏ, ਵਾਰਨੇ ਜਾਈਏ। ਇਸ ਗੁਰੂ ਦੇ ਚਰਨਾਂ ਦੇ ਵਿੱਚ ਜ਼ਰੂਰ ਜੁੜਿਆ ਰਿਹਾ ਕਰੋ ਤੇ 2 ਟਾਈਮ ਦੀ ਸੰਗਤ ਜ਼ਰੂਰ